पंजाब दे विच धीआं नूं लैके साडा मकसद है उन्हां नूं अगे वधाया जावे। इस करके कह रहे हैं क्योंकि धीआं जदों किसी दे घर धी हुंदी आ तो अपने आप नूं बड़ा दुखी जिहा महसूस करदा कि मेरे घर धी हो गई आ, जे लड़का हुंदा ते मेरी साम संभाल करदा, मेरे खेतां नूं साਂਭदा। पर अमृतसर गुरु नगरी च पहुंचिया एक पिंड दे विच जिथे कि एक धी अपने माँ प्यो का पुत्र बन के जिहड़ा खेतों का काम कर रही है। गलबात करते हैं लवप्रीत सर नाल। लव जी, सब तो पहले शुरुआत करूँगा कि खेती कदों तो शुरुआत की? मैं खेती की शुरुआत पहला अपने फादर साहब ਨੂੰ ਵੇਂਦੀ ਰਹੀ क्योंकि ਉਹ ਖੇਤਾਂ ਦਾ ਕੰਮ ਕਰਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਦੇਖਣਾ ਕਿ ਉਹ ਕਿਵੇਂ ਕਰਦੇ ਆ, ਕਿਸ ਤਰ੍ਹਾਂ ਹੁੰਦਾ ਆ। ਉਹਨਾਂ ਨੂੰ ਦੇਖਦੇ ਦੇਖਦੇ ਮੇਰੇ ਮਨ ਦੇ ਵਿੱਚ ਸ਼ੌਂਕ ਪੈਦਾ ਹੋਇਆ ਕਿ ਜਿਵੇਂ ਉਹਨਾਂ ਨੇ ਮੈਨੂੰ ਪੁੱਤਾਂ ਵਾਂਗ ਇੱਕ ਪੁੱਤ ਦਾ ਦਰਜਾ ਦੇ ਕੇ ਉਹਨਾਂ ਨੇ ਮੈਨੂੰ ਪਾਲਿਆ ਪਲੋਸਿਆ, ਮੇਰੇ ਖਾਣ ਪਾਣ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਉਹਨਾਂ ਨਹੀਂ ਛੱਡੀ। ਤੇ ਮੈਂ ਇਹ ਚੀਜ਼ ਆਪਣੇ ਮਨ ਦੇ ਵਿੱਚ ਬਿਠਾਈ ਹੋਈ ਸੀ ਕਿ ਜੇ ਉਹਨਾਂ ਨੇ ਮੈਨੂੰ ਪੁੱਤਾਂ ਵਾਂਗ ਪਾਲਿਆ ਤੇ ਮੈਂ ਵੀ ਉਹਨਾਂ ਨੂੰ ਪੁੱਤ ਬਣ ਕੇ ਹੀ ਦਿਖਾਉਣਾ ਆ। ਇਸ ਕਰਕੇ ਜਿਹੜਾ मैं फिर अपने फादर साहब ਨੂੰ देखना कि किवें ट्रैक्टर चलाਉਂਦੇ ਆ, किवें ਉਹ ਪੱਠੇ ਵੱਢਦੇ ਆ, किवें ਉਹ ਆਪਣਾ ਘਰ ਦਾ ਖੇਤੀ ਦਾ ਕੰਮ ਕਰਦੇ ਆ। ਉਹਨਾਂ ਨੂੰ ਦੇਖਦੇ ਦੇਖਦੇ ਹੀ ਮੈਂ ਸਿੱਖਦੀ ਗਈ ਤੇ ਹੁਣ ਹੌਲੀ ਹੌਲੀ ਜਿਹੜਾ ਆ ਮੈਂ ਇਹ ਖੇਤੀ ਦਾ ਜਿਹੜਾ ਸਾਰਾ ਕੰਮ ਆ ਉਹ ਖੁਦ ਕਰ ਲੈਂਦੀ ਹਾਂ। ਕਦੀ ਮਹਿਸੂਸ ਨਹੀਂ ਹੁੰਦਾ ਕਿ ਦਿੱਤਾ ਕਿ ਪਿਤਾ ਨੂੰ ਕਿ ਮੈਂ ਲੜਕਾ ਨਹੀਂ ਉਹਨਾਂ ਦੇ ਹੈਗਾ ਸੀ ਕਿ ਯਾਰ ਜੇ ਉਹਨਾਂ ਕਈ ਸੋਚਦੇ ਮਨ ਦੇ ਵਿੱਚ ਕਿ ਮੇਰਾ ਲੜਕਾ ਹੁੰਦਾ ਤੇ ਇਹ ਖੇਤੀ ਸਾਂਭਦੇ, ਪਰ ਹੁਣ ਕਦੀ ਉਹਨਾਂ ਨੂੰ ਮਹਿਸੂਸ ਹੋਇਆ ਇਹ ਚੀਜ਼? ਨਹੀਂ, ਉਹਨਾਂ ਨੂੰ ਕਦੀ ਮਹਿਸੂਸ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਵੀ ਨਹੀਂ ਮਹਿਸੂਸ ਹੋਈ ਤੇ ਉਹਨਾਂ ਨੇ ਕਦੇ ਮੈਨੂੰ ਵੀ ਇਹ ਚੀਜ਼ ਮਹਿਸੂਸ ਨਹੀਂ ਸੀ ਹੋਣ ਦਿੱਤੀ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਮੇਰੇ ਵਿੱਚ ਇਹ ਚੀਜ਼ ਜਿਹੜੀ ਪੈਦਾ ਕਰ ਦਿੱਤੀ ਸੀ ਸ਼ੁਰੂ ਤੋਂ ਹੀ ਕਿ ਜਿਹੜਾ ਲੜਕੀ ਆ ਉਹ ਲੜਕੇ ਤੋਂ ਕਿਤੇ ਵੀ ਘੱਟ ਨਹੀਂ ਹੈਗੀ, ਪਰ ਜੇ ਮਾਂ-ਬਾਪ ਦਾ ਸੰਯੋਗ ਹੋਵੇ ਤੇ ਉਹਨਾਂ ਨੇ ਮੇਰਾ ਪੂਰਾ ਸੰਯੋਗ ਦਿੱਤਾ। ਉਹਨਾਂ ਨੇ ਹਰ ਜਗ੍ਹਾ ਤੇ ਮੈਨੂੰ ਅੱਗੇ ਤੋਰਿਆ, ਅੱਗੇ ਵਧਾਇਆ ਕਿ ਹਰ ਕੰਮ ਜਿਹੜੇ ਮੁੰਡਾ ਕਰ ਸਕਦਾ ਹੈ ਉਹ ਕੁੜੀ ਵੀ ਕਰ ਸਕਦੀ ਹੈ। ਤੇ ਇਸ ਚੀਜ਼ ਨੂੰ ਵੇਖਦਿਆਂ ਹੋਇਆਂ ਫਿਰ ਮੈਂ ਆਪਣੇ ਹਸਬੈਂਡ ਦੇ ਨਾਲ ਮੈਰਿਜ ਤੋਂ ਪਹਿਲਾਂ ਹੀ ਇਹ ਗੱਲ ਅਸੀਂ ਕੀਤੀ ਸੀ ਕਿ ਮੇਰੇ ਮਨ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਮੈਂ ਆਪਣੇ ਮਾਂ-ਬਾਪ ਨੂੰ ਬੇਟਾ ਬਣ ਕੇ ਦਿਖਾਉਣਾ ਹੈ ਤੇ ਮੈਂ ਇਹ ਰੀਤ ਹੀ ਪੁੱਠੀ ਕਰਨੀ ਹੈ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਹੈਗੀ ਆ ਕਿ ਜਿਹੜਾ ਇੱਕ ਬੇਟਾ ਹੀ ਹੋਵੇ ਤੇ ਬਸ ਉਹ ਘਰ ਵਸ ਸਕਦਾ, ਨਹੀਂ ਤੇ ਨਹੀਂ ਵਸ ਸਕਦਾ। ਤੇ ਫਿਰ ਉਹਨਾਂ ਨੇ ਮੇਰਾ ਇਹ ਸੰਯੋਗ ਦਿੱਤਾ ਤੇ ਉਹਨਾਂ ਨੇ ਵਿਆਹ ਤੋਂ ਬਾਅਦ ਮੇਰੇ ਨਾਲ ਮੇਰੇ ਪੇਕੇ ਪਿੰਡ ਦੇ ਵਿੱਚ ਉਹ ਰਹਿੰਦੇ ਆ ਤੇ ਉਹਨਾਂ ਦਾ ਵੀ ਪੂਰਾ ਸੰਯੋਗ ਆ, ਉਹ ਵੀ ਮੇਰੇ ਮਾਂ-ਬਾਪ ਨੂੰ ਪੂਰਾ ਮਾਨ ਸਤਿਕਾਰ ਦਿੰਦੇ ਆ ਤੇ ਪੂਰਾ ਉਹਨਾਂ ਦੀ ਜਿਹੜੀ ਹੈਲਪ ਆ ਉਹ ਕਰਦੇ ਆ। ਪਰ ਜਿੱਦਾਂ ਪਤਾ ਲੱਗਾ ਕਿ ਬੱਚਾ ਛੋਟਾ ਜਿਹਾ, ਉਹ ਫਿਰ ਹੈਂਡਲ ਕਿੱਦਾਂ ਕਰਦੇ ਹੋ ਕਿ ਖੇਤੀ ਵੀ ਸਾਹਮਣੇ ਜਿਹਦੇ ਟਰੈਕਟਰ ਵਾਹੁਣਾ ਵਾ, ਫਿਰ ਮੱਝਾਂ ਨੂੰ ਪੱਠੇ ਪਾਉਣੇ ਆ, ਧਾਰਾਂ ਚੋਣੀਆਂ, ਫਿਰ ਬੱਚਾ ਛੋਟਾ ਜਿਹਾ ਹੈਗਾ? ਹਾਂਜੀ, ਬੱਚਾ ਮੇਰਾ 2.5 ਸਾਲ ਦੀ ਗੁੜੀਆ ਹੈਗੀ ਆ। ਉਹਦੇ ਨਾਲ ਥੋੜਾ ਤੇ ਚਲੋ ਪਰੇਸ਼ਾਨੀ ਹੁੰਦੀ ਆ ਕਿਉਂਕਿ ਬੱਚਾ ਕਈ ਵਾਰੀ ਜਿੱਦ ਕਰਦਾ ਹੈ ਕਿ ਮੈਂ ਆਪਣੀ ਮਾਂ ਦੇ ਕੋਲ ਹੀ ਰਹਿਣਾ ਆ, ਮਾਂ ਦੇ ਨਾਲ ਹੀ ਰਹਿਣਾ, ਪਰ ਉਹਦੇ ਵਿੱਚ ਜਿਹੜੀ ਮੇਰੇ ਮਾਤਾ ਜੀ ਆ ਉਹ ਪੂਰੀ ਮੇਰੀ ਹੈਲਪ ਕਰਦੇ ਆ ਕਿ ਉਹ ਮੇਰੀ ਬੇਟੀ ਨੂੰ ਸੰਭਾਲਦੇ ਆ ਤੇ ਕਈ ਵਾਰ ਜਦੋਂ ਜ਼ਿਆਦਾ ਜਿੱਦ ਕਰਦੀ ਆ ਫਿਰ ਉਹਨੂੰ ਨਾਲ ਲੈ ਕੇ ਜਿਹੜਾ ਹੈ ਉਹ ਕੰਮ ਕਰਨਾ ਪੈਂਦਾ ਹੈ। ਪਰ ਇਹ ਵੀ ਤੁਹਾਡੇ ਪਿਤਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਕੋਈ ਸਬਜ਼ੀ ਬੀਜਦੇ ਜਾਂ ਝੋਨਾ ਜਾਂ ਕਣਕ ਮੰਡੀ ਦੇ ਵਿੱਚ ਵੀ ਤੁਸੀਂ ਖੜਦੇ ਹੋ? ਹਾਂਜੀ ਬਿਲਕੁਲ ਜੀ, ਉਹ ਵੀ ਮੈਂ ਖੁਦ ਖੜਦੀ ਹਾਂ, ਖੁਦ ਜਾ ਕੇ ਉੱਥੇ ਟਰੈਕਟਰ ਟਰਾਲੀ ਦੇ ਉੱਤੇ ਲੱਦ ਕੇ ਮੰਡੀ ਦੇ ਵਿੱਚ ਲਿਜਾਈ ਜਾਂਦੀ ਹੈ। ਪਰ ਕਦੀ ਮੁਸ਼ਕਲ ਆਈ ਹੈ? ਨਹੀਂ ਜੀ, ਮੁਸ਼ਕਲ ਤਾਂ ਕੋਈ ਨਹੀਂ ਆਉਂਦੀ, ਬਾਕੀ ਇਹ ਹੈਗਾ ਕਿ ਜਦੋਂ ਆਪਾਂ ਕੁਝ ਵੱਖਰੀ ਚੀਜ਼ ਕਰਾਂਗੇ ਤੇ ਉਹ ਲੋਕਾਂ ਦੇ ਵਿੱਚ ਉਹ ਵੱਖਰੀ ਚੀਜ਼ ਜਾਣੀ ਆ। ਉਹਦੇ ਵਿੱਚ ਕੁਝ ਲੋਕ ਚੰਗਾ ਵੀ ਕਹਿੰਦੇ ਆ ਤੇ ਕੁਝ ਲੋਕ ਮਾੜਾ ਵੀ ਕਹਿੰਦੇ ਆ। ਬਸ ਆਹੀ ਚੀਜ਼ ਆ ਕਿ ਥੋੜਾ ਇੱਕ ਲੋਕਾਂ ਦੀ ਸਮਝਣ ਸ਼ਕਤੀ ਜਿਹੜੀ ਆ ਉਹ ਥੋੜੀ ਘੱਟ ਹੈਗੀ ਆ। ਪਰ ਇੱਕ ਚੀਜ਼ ਹੋ ਰਿਹਾ ਕਿ ਕਈ ਲੜਕੀਆਂ ਹੈਗੀਆਂ ਨੇ, ਕਈ ਧੀਆਂ ਹੈਗੀਆਂ ਨੇ ਜਿਹੜੀ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਜਾਂਦੀਆਂ ਨੇ ਕਿ ਮੈਂ ਇਹ ਇੰਨਾ ਪੜ੍ਹੀ ਆ, ਮੈਂ ਇੰਨੇ ਅੱਗੇ ਵਧ ਨਹੀਂ ਸਕੀ, ਖੇਤੀ ਨੂੰ ਬੜਾ ਪਿੱਛੇ ਸਮਝਦੇ ਨੇ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਹੜੀ ਖੇਤੀ ਆ, ਦੇਖੋ ਜਿਹੜੀ ਆਪਣੇ ਹੁਣ ਖੇਤ ਜਿਹੜੇ ਆ ਉਹ ਅੰਬਾਨੀ ਅਡਾਨੀ ਜਿਹੜੇ ਆ ਇੰਨੇ ਧਰਨੇ ਲੱਗੇ, ਉਹ ਸਿਰਫ ਆਪਣੇ ਇੱਕ ਖੇਤ ਹੀ ਲੈਣ ਵਾਸਤੇ ਇੰਨਾ ਕੁਝ ਹੋਇਆ ਨਾ। ਜੇ ਆਪਣੇ ਖੇਤਾਂ ਦੇ ਵਿੱਚ ਕੁਝ ਹੁੰਦਾ ਹੀ ਨਹੀਂ ਹੈਗਾ ਤੇ ਫਿਰ ਸਰਕਾਰਾਂ ਕਿਉਂ ਦੱਬਣ ਨੂੰ ਫਿਰਦੀਆਂ ਸਾਡੇ ਖੇਤ? ਇਸ ਕਰਕੇ ਜੇ ਆਪਾਂ ਕੰਮ ਕਰੀਏ ਕਿਸੇ ਤਰੀਕੇ ਦੇ ਨਾਲ ਕਰੀਏ, ਉਹਦੇ ਵਿੱਚ ਮੈਂ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਵੱਖੋ ਵੱਖ ਕੋਈ ਕੈਂਪ ਵਗੈਰਾ ਲਗਾ ਕੇ ਜਾਗਰੂਕ ਕਰਨਾ ਚਾਹੀਦਾ ਵਾ ਕਿ ਇਸ ਤਰੀਕੇ ਦੀ ਖੇਤੀ ਬੀਜੋ। ਬਾਕੀ ਦੂਸਰੇ ਨੰਬਰ ਤੇ ਇਹ ਗੱਲ ਹੈਗੀ ਕਿ ਹੁਣ ਦੇਖੋ ਜਿਵੇਂ ਕਣਕ ਆ, ਝੋਨਾ ਆ, ਉਹਦੇ ਵਿੱਚ ਜਦੋਂ ਆਪਾਂ ਕਿਸਾਨ ਮਿਹਨਤ ਕਰਦਾ ਆ, ਆਪਣੀ ਪੂਰੀ ਮਿਹਨਤ ਕਰਦਾ ਆ, ਪਰ ਉਹਦਾ ਜਦੋਂ ਜਿਹੜੀਆਂ ਸਰਕਾਰਾਂ ਵਾ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਜਿਹੜਾ ਰੇਟ ਆ ਉਹ ਦੇਣਾ ਚਾਹੀਦਾ, ਤਾਂ ਹੀ ਜਿਹੜੇ ਕਿਸਾਨ ਆ ਉਹ ਕਿਸਾਨੀ ਵੱਲ ਜਿਹੜਾ ਵਾ ਅੱਗੇ ਵਧ ਸਕਣਗੇ। ਬਾਕੀ ਜੇ ਸਰਕਾਰਾਂ ਦੇਖੋ ਹੁਣ ਜੇ ਆਪਾਂ ਕਣਕ ਬੀਜੀ ਆ ਮੰਡੀਆਂ ਦੇ ਵਿੱਚ ਰੁਲੇਗੀ ਤੇ ਕੀ ਅਗਲੀ ਵਾਰ ਤੋਂ ਕਿਸਾਨ ਉਹ ਕਣਕ ਬੀਜੇਗਾ? ਇਸ ਕਰਕੇ ਸਰਕਾਰ ਨੂੰ ਵੀ ਅਪੀਲ ਹੈ ਕਿ ਉਹ ਜਿਹੜਾ ਆ ਉਹ ਫਸਲਾਂ ਦਾ ਜਿਹੜਾ ਮੁੱਲ ਦੇਣ ਤੇ ਜਿਹੜਾ ਕਿਸਾਨ ਦਾ ਬਣਦਾ ਹੱਕ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ। ਪਰ ਇੱਕ ਚੀਜ਼ ਹੋਰ ਹੈਗੀ, ਕਹਿੰਦੇ ਕਿ ਕਿਸਾਨ ਨੂੰ ਅੰਨਦਾਤਾ ਮੰਨਿਆ ਗਿਆ ਵਾ। ਤੁਸੀਂ ਹੁਣ ਖੇਤੀ ਕਰਦੇ ਹੋ ਲੰਬੇ ਸਮੇਂ ਤੋਂ,
ਸਿਆਲ ਦੇ ਸੀਜ਼ਨ ਦੇ ਵਿੱਚ ਪਾਣੀ ਲਗਾਉਣਾ ਫਸਲਾਂ ਨੂੰ, ਉਹ ਮੁਸ਼ਕਲ ਤੇ ਆਉਂਦੀ ਹੋਵੇਗੀ। ਹਾਂਜੀ ਬਿਲਕੁਲ, ਉਹ ਤੇ ਮੁਸ਼ਕਲ ਆਉਂਦੀ ਹੈਗੀ ਆ ਕਿਉਂਕਿ ਰਾਤ 12 1 ਵਜੇ ਉੱਠ ਕੇ, ਤੁਹਾਨੂੰ ਪਤਾ ਕਿੰਨੀ ਧੁੰਦ ਪਈ ਹੁੰਦੀ ਆ, ਉਹਦੇ ਵਿੱਚ ਉੱਠ ਕੇ ਪਾਣੀ ਜਾ ਕੇ ਲਗਾਉਣਾ, ਫਿਰ ਸਾਰੀ ਰਾਤ ਲੰਘ ਜਾਂਦੀ ਹੈ ਕਿ ਉਹਦਾ ਧਿਆਨ ਰੱਖਣਾ ਕਿ ਸਾਡੀ ਫਸਲ ਬਰਬਾਦ ਨਾ ਹੋ ਜਾਵੇ। ਕਿ ਇੱਕ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਹਾਵਤ ਹੈਗੀ ਕਿ ਪੁੱਤਾਂ ਵਾਂਗੂ ਜਿਹੜੀ ਫਸਲ ਆ ਉਹ ਪਾਲੀ ਜਾਂਦੀ ਆ, ਇੱਕ ਬੱਚੇ ਵਾਂਗੂ ਤਿਆਰ ਕੀਤੀ ਜਾਂਦੀ ਆ ਫਸਲ ਨੂੰ। ਤੇ ਪਰ ਜਦੋਂ ਕਿਸਾਨ ਦਾ ਮਨ ਉਦੋਂ ਟੁੱਟਦਾ ਆ ਜਦੋਂ ਆਪਾਂ ਨੂੰ ਅੱਗੇ ਜਾ ਕੇ ਉਸ ਚੀਜ਼ ਦਾ ਰੇਟ ਨਹੀਂ ਮਿਲਦਾ, ਸਾਡੀ ਫਸਲ ਮੰਡੀਆਂ ਦੇ ਵਿੱਚ ਰੁਲਦੀ ਆ, ਤੇ ਫਿਰ ਜਿਹੜਾ ਕਿਸਾਨ ਹੈ ਉਹ ਨਿਰਾਸ਼ ਹੁੰਦਾ ਆ, ਤੇ ਨਿਰਾਸ਼ ਹੋ ਕੇ ਖੁਦਕੁਸ਼ੀ ਵੀ ਕਰਦਾ ਆ ਤੇ ਹੋਰ ਕਈ ਰਸਤੇ ਵੀ ਅਪਣਾਉਂਦਾ ਹੈ। ਤਾਂ ਧੀਆਂ ਨੂੰ ਮੈਸੇਜ ਦੇਣਾ ਚਾਹੋਗੇ ਜਿਹੜੀਆਂ ਪੰਜਾਬ ਦੀਆਂ ਧੀਆਂ ਹੈਗੀਆਂ ਉਹਨਾਂ ਨੂੰ? ਹਾਂਜੀ, ਮੈਂ ਪੰਜਾਬ ਦੀਆਂ ਧੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਚੀਜ਼ ਤੋਂ ਘੱਟ ਨਾ ਸਮਝੋ, ਕਿਉਂਕਿ ਅੱਜ ਕੱਲ ਪੁਲਿਸ, ਆਰਮੀ, ਕਿਸੇ ਵੀ ਮਤਲਬ ਖੇਤਰ ਦੇ ਵਿੱਚ ਜਿਹੜਾ ਵਾ ਲੜਕੀ ਜਿਹੜੀ ਆ ਉਹ ਘੱਟ ਨਹੀਂ ਹੈਗੀ। ਤੇ ਜੇ ਮੰਨ ਲਓ ਆਪਾਂ ਇੱਕ ਕਿਸਾਨ ਦੀ ਧੀ ਲਾ ਲਈਏ ਨਾ, ਕਿ ਜੇ ਕੋਈ ਕਿਸਾਨ ਦੀ ਧੀ ਆ ਤੇ ਕਿਸਾਨ ਦੀ ਧੀ ਵੀ ਜਿਹੜੀ ਆ ਉਹ ਖੇਤਾਂ ਦੇ ਵਿੱਚ ਕੰਮ ਕਰਕੇ ਆਪਣੇ ਮਾਂ-ਬਾਪ ਦਾ ਜਿਹੜਾ ਹੱਥ ਆ ਉਹ ਵਟਾ ਸਕਦੀ ਆ। ਇਹਦੇ ਵਿੱਚ ਨਾ ਕੋਈ ਸ਼ਰਮ ਵਾਲੀ ਗੱਲ ਆ ਤੇ ਨਾ ਹੀ ਕੋਈ ਗਲਤ ਗੱਲ ਹੈਗੀ। ਪਰ ਇੱਕ ਚੀਜ਼ ਹੋਰ ਹੈਗੀ ਆ ਕਿ ਕਹਿੰਦੇ ਕਿ ਜਦੋਂ ਪੱਠੇ ਵੜਦੇ ਤੁਸੀਂ ਜਾਂ ਕਣਕ ਝੋਨੇ ਨੂੰ ਪਾਣੀ ਲਾਉਂਦੇ, ਕਹਿੰਦੇ ਫਿਰ ਸੱਪ ਵੀ ਉੱਥੇ ਦਿਖੇ, ਕਦੀ ਦਿਖੇ ਆ ਜੀ ਸੱਪ? ਬਿਲਕੁਲ ਜੀ, ਸੱਪ ਤੇ ਪੈਰਾਂ ਦੇ ਥੱਲੇ ਆਉਂਦੇ ਆ। ਸੱਪ ਤੇ ਜਿਹੜਾ ਵਾ ਉਹ ਸੱਪ ਦਾ ਤੇ ਜੱਟ ਦਾ ਤੇ ਜਿਹੜਾ ਉਹ ਇੱਕ ਸਮਝ ਲਓ ਕਿ ਦੋਸਤੀ ਹੁੰਦੀ ਆ ਕਿ ਉਹਨਾਂ ਨੇ ਤੇ ਹੋਣਾ ਹੀ ਹੋਣਾ। ਬਟ ਪਹਿਲਾਂ ਇਹਨਾਂ ਚੀਜ਼ਾਂ ਤੋਂ ਡਰ ਲੱਗਦਾ ਸੀ, ਹੁਣ ਜਦੋਂ ਆਪਾਂ ਕੰਮ ਕਰਦੇ ਆ ਉਦੋਂ ਫੇਰ ਨਹੀਂ ਲੱਗਦਾ ਡਰ ਉਹਨਾਂ। ਬਿਲਕੁਲ ਜੀ, ਇਹ ਪੰਜਾਬ ਦੀ ਧੀ ਹੈਗੀ ਆ ਕਿ ਜਿੱਥੇ ਇਸ ਧੀ ਦੇ ਵੱਲੋਂ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਨਾ ਜਿਹੜੀਆਂ ਧੀਆਂ ਹਾਰ ਮੰਨ ਜਾਂਦੀਆਂ ਨੇ, ਜਿਹੜਾ ਕਿ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰ ਰਹੀ ਹੈ ਤੇ ਪੁੱਤਾਂ ਤੋਂ ਘੱਟ ਨਹੀਂ ਸਮਝਦੀ, ਟਰੈਕਟਰ ਤੋਂ ਲੈ ਕੇ ਖੇਤੀ, ਪ੍ਰੋਪਰ ਖੇਤੀ ਸਾਂਭੀ ਹੋਈ ਆ। ਇਹਨਾਂ ਦੇ ਪਿਤਾ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿੰਨਾ ਗਰਵ ਮਹਿਸੂਸ ਹੁੰਦਾ ਆਪਣੀ ਇਸ ਧੀ ਤੇ। ਇਸ ਧੀ ਦੇ ਪਿਤਾ ਦੇ ਨਾਲ ਗੱਲਬਾਤ ਕਰਦੇ ਆ ਕਿ ਜਿਨ੍ਹਾਂ ਨੂੰ ਕਾਫੀ ਗਰਵ ਹੈਗਾ ਆਪਣੀ ਧੀ ਤੇ, ਜਿਨ੍ਹਾਂ ਨੇ ਪੁੱਤਾਂ ਵਾਂਗ ਧੀ ਨੂੰ ਰੱਖਿਆ ਤੇ ਉਸ ਧੀ ਨੇ ਵੀ ਆਪਣਾ ਪੁੱਤਾਂ ਤੋਂ ਵੱਧ ਕੇ ਜਿਹੜਾ ਕਿ ਆਪਣੇ ਪਿਤਾ ਦਾ ਜਿਹੜਾ ਮਾਣ ਰੱਖਿਆ ਤੇ ਆਪਣੀ ਖੇਤੀ ਜਿਹੜੀ। ਇਹ ਸਰ ਆਪਣਾ ਨਾਮ ਦੱਸੋ। ਮੈਂ ਜੀ ਗੁਰਦੇਵ ਸਿੰਘ ਵਰਪਾਲ। ਵਰਪਾਲ ਜੀ, ਕਿੱਦਾਂ ਦੇਖ ਰਹੇ ਹੋ ਕਿ ਜਿਹੜੀ ਤੁਸੀਂ ਧੀ ਨੂੰ ਪੁੱਤਾਂ ਦਾ ਦਰਜਾ ਦਿੱਤਾ, ਜਿਹੜੀ ਕਿ ਖੇਤੀ ਸਾਂਭ ਰਹੀ ਆ, ਜਦੋਂ ਤੁਹਾਨੂੰ ਵੇਖਦੀ ਹੁੰਦੀ ਸੀ ਪਰ ਉਹਨੂੰ ਲੱਗਾ ਕਿ ਮਹਿਸੂਸ ਕਿ ਮੇਰੇ ਪਿਤਾ ਨੂੰ ਲੋੜ ਹੈ ਮੇਰੀ ਖੇਤੀ ਦੀ? ਵੇਖੋ ਜੀ, ਗੱਲ ਇਸ ਤਰ੍ਹਾਂ ਵੀ ਪਹਿਲਾਂ ਸਾਨੂੰ ਇਸ ਗੱਲ ਦਾ ਮਹਿਸੂਸ ਜ਼ਰੂਰ ਹੁੰਦਾ ਸੀਗਾ, ਲੋਕ, ਰਿਸ਼ਤੇਦਾਰ ਜਾਂ ਹੋਰ ਵੀ ਇਹ ਗੱਲ ਕਹਿੰਦੇ ਸੀ ਵੀ ਯਾਰ ਤੇਰਾ ਬੇਟਾ ਨਹੀਂ ਆ ਤੇ ਬੈਗ ਤੇ ਬੈਠਾ ਤੂੰ, ਕਾਰੋਬਾਰ ਕਿੱਦਾਂ ਚੱਲੂਗਾ। ਮੈਂ ਆਪ ਵੀ ਕੱਲਾ ਤੇ ਮਤਲਬ ਜੋ ਇਹ ਵੱਡੀ ਹੁੰਦੀ ਗਈ ਬੇਟੀ ਤੇ ਅਸੀਂ ਨਹੀਂ ਸੋਚਿਆ ਇਹਨੂੰ ਵੀ ਜਾਂ ਅਸੀਂ ਕਿਤੇ ਬਾਹਰਲੇ ਮੁਲਕ ਖਲਾ ਦਈਏ ਜਾਂ ਕਿਤੇ ਹੋਰ ਤੇ ਜੌਬ ਤੇ ਲਾ ਦਈਏ। ਅਸੀਂ ਮਤਲਬ ਇਹਨੂੰ ਖੇਤੀਬਾੜੀ ਦੇ ਵਿੱਚ ਜਿਹੜਾ ਵਾ ਉਹ ਸ਼ੁਰੂ ਕਰਤਾ ਵੀ ਟਰੈਕਟਰ ਚਲਾਉਣਾ ਸਿੱਖ ਗਈ। ਫਿਰ ਉਸ ਤੋਂ ਬਾਅਦ ਦੇ ਵਿੱਚ ਜੇ ਪੱਠੇ ਵੱਢਣੇ ਪੈਂਦੇ ਆ, ਹੁਣ ਮੈਂ ਸਮਾਜ ਸੇਵੀ ਦਾ ਕੰਮ ਕਰਦਾ, ਮੇਰੇ ਆਉਂਦਿਆਂ ਨੂੰ ਕਿਤੇ ਪੱਠੇ ਵੀ ਪਾ ਲਏ, ਡੰਗਰ ਚੋਲੇ, ਦੁੱਧ ਵੀ ਪਾ ਲਿਆ, ਮਤਲਬ ਉਹ ਸਾਰੇ ਕੰਮ ਜਿਹੜੇ ਆ ਜਦੋਂ ਇਹ ਸੰਭਾਲਣ ਡਿਆ ਵੀ ਤੇ ਸਾਨੂੰ ਇਸ ਗੱਲ ਦਾ ਜਿਹੜਾ ਸੀਗਾ ਫਿਰ ਗਰਬ ਹੋਇਆ, ਇਸ ਗੱਲ ਦਾ ਮਾਣ ਮਹਿਸੂਸ ਹੋਇਆ ਇਸ ਗੱਲ ਦਾ ਵੀ ਯਾਰ ਇਹ ਗੱਲ ਨਹੀਂ ਗੀ ਵੀ ਮੁੰਡੇ ਹੀ ਕੰਮ ਕਰ ਸਕਦੇ ਆ, ਬੇਟੀਆਂ ਵੀ ਕੰਮ ਇਹ ਜਿਹੜਾ ਵਾ ਕਰ ਸਕਦੀਆਂ। ਜੇ ਅੱਜ ਅਸੀਂ ਮਿਸਾਲ ਬਣ ਕੇ ਤੇ ਇਹ ਕੰਮ ਮਤਲਬ ਲੋਕਾਂ ਦੇ ਵਿੱਚ ਲਿਆਵਾਂਗੇ, ਕਰਾਂਗੇ, ਤੇ ਲੋਕ ਜਿਹੜੇ ਧੀਆਂ ਨੂੰ ਪੇਟ ਦੇ ਵਿੱਚ ਮਾਰ ਦਿੰਦੇ ਆ ਜਾਂ ਉਹਨਾਂ ਨੂੰ ਜੰਮਣ ਤੋਂ ਡਰਦੇ ਆ ਇਸ ਗੱਲ ਤੋਂ ਕਿਤੇ ਨਾ ਕਿਤੇ ਵੀ ਯਾਰ ਇਹ ਬੇਟੀ ਆ ਤੇ ਸਾਡਾ ਮਤਲਬ ਇਹ ਗਾਂ ਵੱਡੀ ਹੋ ਤੇ ਕੀ ਕਰਾਂਗੇ ਅਸੀਂ, ਪਰ ਉਹ ਚੀਜ਼ ਨੂੰ ਅਸੀਂ ਅੱਗੇ ਲਿਆਉਣ ਵਾਸਤੇ ਜਿਹੜਾ ਵਾ ਅਸੀਂ ਕਦੀ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਨਾ ਸਾਨੂੰ ਕਦੀ ਮਹਿਸੂਸ ਹੀ ਹੋਇਆ ਵੀ ਸਾਡਾ ਬੇਟਾ ਨਹੀਂ ਹੈਗਾ, ਸਾਡੀ ਇਕੱਲੀ ਬੇਟੀ ਆ ਜੀ, ਤੇ ਨਾ ਸਾਨੂੰ ਇਹਨੇ ਕਦੀ ਮਹਿਸੂਸ ਇਹ ਗੱਲ ਤੋਂ ਹੋਣ ਦਿੱਤਾ। ਪਰ ਕਈ ਲੋਕ ਹੁਣ ਵੀ ਹੈਗੇ, ਹਜੇ ਵੀ ਹੈਗੇ ਨੇ ਕਿ ਜਿਨ੍ਹਾਂ ਦੇ ਘਰ ਧੀਆਂ ਹੋ ਜਾਂਦੀਆਂ ਉਹ ਦੁਖੀ ਜੇ ਦੇਖਦੇ ਨੇ ਕਿ ਮੇਰੇ ਯਾਰ ਘਰ ਧੀ ਹੋ ਗਈ ਆ, ਉਹਨਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ? ਮੈਂ ਨਾ ਬਿਲਕੁਲ ਮੇਰੇ ਵੱਲੋਂ ਤੇ ਇਹ ਮੈਸੇਜ ਆ ਪੱਕਾ ਹੀ ਵੀ ਦੁਖੀ ਹੋਣ ਦੀ ਕੋਈ ਲੋੜ ਨਹੀਂ। ਇੱਕ ਤੇ ਜਿਹੜਾ ਵਾ ਜੇ ਉਹਨੂੰ ਆਪਾਂ ਆਖਾਂਗੇ ਵੀ ਅਸੀਂ ਇਹਨੂੰ ਅੰਦਰ ਹੀ ਵਾੜ ਕੇ ਰੱਖਣਾ, ਅਸੀਂ ਕੰਮ ਇਹ ਡਾਉਣਾ ਹੀ ਨਹੀਂ, ਫਿਰ ਤੇ ਆਪਾਂ ਭਾਵੇਂ ਆਪਣਾ ਪੋਤਿਆ ਤੇ ਭਾਵੇਂ ਧੀਆ ਉਹਨੂੰ ਕੰਮ ਦੀ ਜਾਂਚ ਨਹੀਂ ਆਉਣੀ, ਫਿਰ ਤੇ ਉਹਨੇ ਕਰਨਾ ਹੀ ਕੁਛ ਨਹੀਂ। ਉਹ ਜੇ ਪੋਤਿਆ ਤੇ ਫਿਰ ਉਹ ਕਿੱਥੋਂ ਕਰ ਲੂ, ਉਹਨੂੰ ਆਪਾਂ ਹਲ ਦੀ ਜੰਗੀ ਨਹੀਂ ਫੜਾਉਣੀ। ਹੁਣ ਮੈਂ 7 ਸਾਲ ਦਾ ਸੀਗਾ ਤੇ ਜਦੋਂ ਮੈਂ ਹਲ ਵਾਹੁਣ ਡਿਆ ਪਿਆ, ਅਸੀਂ ਬੌਲਾਂ ਦੇ ਨਾਲ ਜਿਹੜਾ ਬੌਲਦਾਂ ਦੇ ਨਾਲ ਹਲ ਵਾਹੁੰਦੇ ਰਹੇ ਆ। ਜੇ ਉਹ ਮੇਰੇ ਪਿਓ ਨੇ ਮੇਰੇ ਤੇ ਕੰਮ ਸੁੱਟਿਆ, ਮੈਂ ਚੱਕ ਲਿਆ, ਮੈਂ ਹੁਣ ਇੱਥੇ ਗਾੜੀ ਸੁੱਟਤਾ ਤੇ ਇਹਨੇ ਚੱਕ ਲਿਆ, ਤੇ ਜੇ ਹੁਣ ਅਸੀਂ ਇਹਨੂੰ ਬਾਹਰ ਹੀ ਨਾ ਕੱਢਾਂਗੇ, ਕੰਮ ਨੂੰ ਡਾਵਾਂਗੇ ਹੀ ਨਾ, ਤੇ ਫਿਰ ਤੇ ਸਾਨੂੰ ਕਿਤੇ ਨਾ ਕਿਤੇ ਜਿਹੜੀ ਆ ਕਮੀ ਮਹਿਸੂਸ ਹੋਣੀ ਆ। ਆਪਾਂ ਨੂੰ ਪੰਜਾਬ ਦੇ ਵਿੱਚ ਸੋਚ ਚੇਂਜ ਕਰਨੀ ਪਵੇਗੀ। ਹਾਂ, ਜਿਹੜੀ ਆਪਣਾ ਨਾ ਬ੍ਰੇਨ ਹੈ ਨਾ ਉਹਨੂੰ ਚੇਂਜ ਕਰਨਾ ਪੈਣਾ ਵਾ। ਆਪਾਂ ਇਹ ਗੱਲ ਨੂੰ ਸੋਚੀਏ ਵੀ ਸਾਡਾ ਇਹ ਬੇਟੀ ਨਹੀਂ ਗੀ, ਇਹ ਬੇਟਾ ਹੀ ਆ। ਇਹ ਬੇਟਿਆਂ ਵਾਲੇ ਕੰਮ ਜਿਹੜੇ ਆ ਇਹਦੇ ਕੋਲ ਕਰਾਉਣੇ ਆ। ਦਫ਼ਤਰਾਂ ਦੇ ਵਿੱਚ ਗਏ ਆਪਣੇ ਬੇਟੀਆਂ ਨਹੀਂ ਕੰਮ ਕਰਦੀਆਂ, ਜੇ ਆਪਣਾ ਪੰਜਾਬ ਪੁਲਿਸ ਆ ਉਹਦੇ ਵਿੱਚ ਨਹੀਂ ਬੇਟੀਆਂ ਕੰਮ ਕਰਦੀਆਂ, ਫੌਜ ਤੇ ਸਰਹੱਦਾਂ ਤੇ ਜਾ ਕੇ ਨਹੀਂ ਲੜਦੀਆਂ ਉਹ। ਤੇ ਜੇ ਆਪਾਂ ਜੰਗਾਂ ਜੁੱਧਾਂ ਦੀ ਗੱਲ ਕਰ ਲਈਏ ਤੇ ਉੱਥੇ ਵੀ ਮਾਈ ਭਾਗੋ ਵਰਗੀਆਂ ਜਾ ਕੇ ਫਿਰ ਲੜੀਆਂ ਨਾ ਗਾੜੀ ਲੱਗ ਕੇ ਵੀ ਸਾਡੀ ਧੀ ਨੂੰ ਸੁਰੱਖਿਅਤ ਜਿਹੜਾ ਸਰਕਾਰ ਰੱਖੂਗੀ, ਉਹ ਤੇ ਕਿਤੇ ਵੀ ਨਹੀਂ ਹੋ ਸਕਦਾ। ਆਪਣਾ ਸ਼ਤਰਾਬ ਨੂੰ ਕਾਇਮ ਕਰਕੇ ਰੱਖ ਕੇ ਤੇ ਆਪਣੀ ਖੇਤੀਬਾੜੀ ਦੇ ਧੰਦੇ ਜਾਂ ਜਿਹੜੇ ਵੀ ਕਿਤੇ
ਕਿੱਤੇ ਦੇ ਨਾਲ ਸੰਬੰਧਿਤ ਆ ਕੋਈ, ਉਹ ਕਿੱਤੇ ਦੇ ਵਿੱਚ ਆਪਣੇ ਬੱਚਿਆਂ ਨੂੰ ਪਾ ਕੇ ਤੇ ਇਹ ਮਹਿਸੂਸ ਨਾ ਕਰੋ, ਇਹ ਕਰਕੇ ਧੀਆਂ ਨੂੰ ਨਾ ਮਾਰੋ ਵੀ ਸਾਡੇ ਘਰ ਯਾਰ ਇਹ ਤੋਂ ਬਾਅਦ ਚ ਮੁੰਡਾ ਪਵੇ ਤੇ ਸਾਡਾ ਕਿਤੇ ਨਾ ਕਿਤੇ ਕੰਮ ਜਿਹੜਾ ਵਾ ਗਾਂ ਚੱਲ ਜੂਗਾ। ਜੇ ਨਹੀਂ ਹੋਣਾ ਮਤਲਬ ਤੇ ਉਹ ਮੁੰਡਿਆਂ ਦੇ ਕੋਲੋਂ ਵੀ ਨਹੀਂ ਕਾਰੋਬਾਰ ਚੱਲਣਾ। ਬਿਲਕੁਲ ਜੀ, ਇਹ ਕਿਸਾਨ ਆਗੂ ਹੈਗੇ ਨੇ ਜਿਨ੍ਹਾਂ ਨੇ ਆਪਣੀ ਧੀ ਨੂੰ ਪੁੱਤਾਂ ਵਾਂਗੂ ਸਾਂਭਿਆ ਤੇ ਆਪਣੇ ਆਪ ਤੇ ਗਰਵ ਮਹਿਸੂਸ ਕਰਦੇ ਨੇ। ਉਹਨਾਂ ਦੇ ਵੱਲੋਂ ਉਹਨਾਂ ਇਹ ਮਾਪਿਓ ਨੂੰ ਵੀ ਜਿਹੜੀ ਅਪੀਲ ਕੀਤੀ ਗਈ ਹੈ ਜਿਹੜੇ ਧੀਆਂ ਨੂੰ ਮਾਰ ਦਿੰਦੇ ਨੇ, ਤੇ ਉਹਨਾਂ ਵੱਲੋਂ ਕਿਹਾ ਗਿਆ ਜੇ ਆਪਣੀ ਸੋਚ ਤੁਹਾਨੂੰ ਬਦਲਣੀ ਪਵੇਗੀ ਤੇ ਇੱਕ ਮੇਰੀ ਜਿਹੜੀ ਧੀ ਆ ਪੂਰਾ ਖੇਤੀ ਦਾ ਕੰਮ ਸਾਂਭ ਰਹੀ ਹੈ ਤੇ ਮੈਨੂੰ ਕਾਫੀ ਗਰਵ ਮਹਿਸੂਸ ਹੁੰਦਾ। ਇਸ ਧੀ ਦੇ ਵੱਲੋਂ ਆਪਣੇ ਮਾਪਿਓ ਦਾ ਪੂਰੇ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਜਾ ਰਿਹਾ। ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।